ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਨੋ ਬਾਰ ਬਾਰ ਜਗਦੀਸ਼ਾ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਜਨਨ ਕਾਮਨਾ ਪੂਰਨ ਕਰੈ ਜਥਾ ਭਾਵਨਾ ਤਿਸ ਥਲ ਧਰੈ। ਗਿਰਨ ਬਰਿੰਦ ਮਹਿ ਗਿਰ ਸੇ ਊਚੇ ਬਿਖਮ ਪੰਥ ਤੇ ਹਵੈ ਨਾ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਪਿਛਲੇ ਦਿਨੀ ਵਿਚਾਰਾਂ ਸਰਵਣ ਕਰ ਰਹੇ ਸੀ। ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਸਿੱਖ ਸੰਗਤਾਂ ਦੂਰੋਂ ਦੂਰੋਂ ਸ੍ਰੀ ਅਨੰਦਪੁਰ ਸਾਹਿਬ ਆਉਂਦੀਆਂ ਤਾਂ ਰਸਤੇ ਦੇ ਵਿੱਚ ਸੰਗਤਾਂ ਨੂੰ ਅਨੇਕਾਂ ਹੀ ਕੁਝ ਜਰਵਾਣੇ ਹਿੰਦੂ ਲੋਕ ਤੇ ਕੁਝ ਮੁਸਲਮਾਨ ਲੋਕ ਜਿਹੜੇ ਸਨ ਉਹ ਮਜ਼ਾਕ ਕਰਦੇ, ਦੁੱਖ ਦਿੰਦੇ, ਡਿਸਟਰਬ ਕਰਦੇ। ਸੰਗਤਾਂ ਨੇ ਆ ਕੇ ਦੱਸਣਾ, ਪਾਤਸ਼ਾਹ ਜੀ ਨੂੰ ਇਸ ਗੱਲ 'ਤੇ ਬੜਾ ਗੁੱਸਾ ਆਇਆ ਔਰ ਸਿੱਖ ਸੰਗਤਾਂ ਨੂੰ ਸ਼ਸਤਰਧਾਰੀ ਹੋਣ ਦੀ ਸਲਾਹ ਦਿੱਤੀ ਕਿ ਆਪਣੇ ਨਾਲ ਸ਼ਸਤਰ ਲੈ ਕੇ ਚੱਲਿਆ ਕਰੋ। ਆਉਣ ਵਾਲੇ ਸਮੇਂ ਵਿੱਚ ਹਮੇਸ਼ਾ ਖਾਲਸੇ ਨੂੰ ਸਿੱਖ ਨੂੰ ਸ਼ਸਤਰ ਦੇ ਨਾਲ ਜੋੜਨ ਲਈ ਪਾਤਸ਼ਾਹ ਜੀ ਨੇ ਕੌਤਕ ਕੀਤਾ ਹੈ ਔਰ ਇੱਕ ਭਰਮ ਵੀ ਵਾਲੇ ਲੰਮੇ ਸਮੇਂ ਤੋਂ ਜਿਹੜਾ ਦੁਨੀਆ ਵਿੱਚ ਪਿਆ ਹੋਇਆ ਸੀ ਬਾਹਮਣੀ ਮੱਤ ਦਾ, ਉਸ ਕਰਮਕਾਂਡ ਨੂੰ ਕਿ ਜਿਹੜੀਆਂ ਪੱਥਰ ਦੀਆਂ ਮੂਰਤੀਆਂ ਹਨ ਇਹ ਸਾਡੀ ਗੱਲ ਸੁਣਦੀਆਂ, ਸਾਡਾ ਭਲਾ ਕਰਦੀਆਂ, ਸਾਡਾ ਉਧਾਰ ਕਰਦੀਆਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਜਾਣਦੇ ਹਨ ਕਿ ਪਾਥਰ ਜਿਹੜਾ ਹੈ, ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨਾ ਇਹ ਬੋਲੇ ਨਾ ਕਿਛ ਦੇ ਤਾਂ ਕਿ ਨੇਫਲ ਹੈ ਸੇਵ। ਉਹਨਾਂ ਦੀ ਸੇਵਾ ਨੇਫਲ ਜਾਂਦੀ ਹੈ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਹੈ। ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ। ਜਿਹਨੇ ਪੱਥਰ ਦੀ ਪੈਰੀ ਪੈਂਦੇ ਆ ਉਹਨਾਂ ਦੀ ਘਾਲ ਨਾ ਖਤਮ ਹੁੰਦੀ ਹੈ। ਪਰ ਕਿੱਥੇ ਐ ਮੰਨਣ ਵਾਲੀ ਦੁਨੀਆ ਸੀ। ਹਜ਼ਾਰਾਂ ਸਾਲਾਂ ਤੋਂ ਲੋਕਾਂ ਦੇ ਦਿਮਾਗ ਵਿੱਚ ਇਹ ਭਰਮ ਪਾਇਆ ਹੋਇਆ ਸੀਗਾ ਮੂਰਤੀ ਪੂਜਾ ਦਾ, ਸ਼ਿਵਲਿੰਗ ਪੂਜਾ ਦਾ, ਪੱਥਰ ਦੀ ਮੂਰਤੀ ਪੂਜਾ ਦਾ। ਭਾਵੇਂ ਕਿ ਬੜੇ ਲੰਮੇ ਸਮੇਂ ਤੋਂ ਗੁਰੂ ਪਿਆਰਿਓ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਭਗਤ ਜੀ ਨੇ ਵੀ ਇਸ ਵਿਸ਼ੇ 'ਤੇ ਕਹਿਣਾ ਕੀਤਾ ਕਿ ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਜੋ पाथर की पाई पाए तिसकी काल अजाई जाए। ठाकुर हमरा सद बोलंता सर्ब जिया को प्रभ दान देता।
ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਕੋਸ਼ਿਸ਼ ਕੀਤੀ ਹੈ ਕਿ ਹੁਣ ਸੰਸਾਰ ਨੂੰ ਜਿਹੜਾ ਹੈ ਉਸ ਅਕਾਲ ਨਾਲ, ਸ਼ਕਤੀ ਨਾਲ ਜੋੜਿਆ ਜਾਵੇ ਜਿਹੜੀ ਸਾਡੀ ਹਰ ਥਾਂ 'ਤੇ ਰਕਸ਼ਾ ਕਰ ਸਕਦੀ ਹੈ। ਪੱਥਰ ਦੀ ਮੂਰਤੀਆਂ ਨੇ ਕੀ ਦੇਣਾ, ਪਰ ਐਂ ਲੋਕਾਂ ਨੂੰ ਜੋੜਨਾ ਬਹੁਤ ਔਖਾ ਸੀ। ਤੇ ਪਾਤਸ਼ਾਹ ਨੇ ਕੌਤਕ ਕੀਤਾ ਇਹ ਦੱਸਣ ਵਾਸਤੇ ਕਿ ਕੋਈ ਚੰਡੀ ਨਹੀਂ, ਕੋਈ ਦੇਵੀ ਨਹੀਂ ਪ੍ਰਗਟ ਹੋਣ ਵਾਲੀ। ਅਸਲ ਵਿੱਚ ਜਿਸ ਕੋਲ ਸ਼ਾਸਤਰ ਹੈ ਉਹ ਹੀ ਜਰਵਾਣਾ ਹੈ, ਤਕੜਾ ਹੈ, ਉਹਦੀ ਰਕਸ਼ਾ ਉਹ ਸ਼ਾਸਤਰ ਹੀ ਕਰ ਸਕਦਾ ਹੈ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਬਿਨ ਸ਼ਾਸਤਰੰ ਬਿਨ ਕੇਸੰਗ ਬਿਨ ਸ਼ਾਸਤਰੰ ਨਰੰਗ ਭੇਦ ਜਾਨੋ, ਗਹੋ ਕਾਣ ਤਾਹੇ ਕਿਤੈ ਲੈ ਸਿਧਾਨੋ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਅਨੇਕਾਂ ਢੰਗਾਂ ਦੇ ਨਾਲ ਸੋਚਣਾ ਸ਼ੁਰੂ ਕੀਤਾ ਵੀ ਕਿਵੇਂ ਸ਼ਾਸਤਰ ਨਾਲ ਜੋੜੀਏ ਤੇ ਕਿਵੇਂ ਇਹਨਾਂ ਨੂੰ ਪੱਥਰ ਪੂਜਾ ਨਾਲੋਂ ਕੱਟੀਏ ਦੁਨੀਆ ਨੂੰ। ਤੇ ਪਾਤਸ਼ਾਹ ਜੀ ਨੇ ਫਿਰ ਇਹ ਸਲਾਹ ਕੀਤੀ ਕਿ ਇਹਨਾਂ ਦੇ ਸਾਹਮਣੇ ਦੇਵੀ ਪ੍ਰਗਟ ਕਰਕੇ ਵਿਖਾਈਏ ਹੁੰਦੀ ਹੈ ਕਿ ਨਹੀਂ ਹੁੰਦੀ। ਤੇ ਅਖੀਰ ਇਹ ਗੱਲ ਪਹੁੰਚ ਗਈ ਗੁਰੂ ਪਿਆਰਿਓ ਕਾਲੀਦਾਸ ਤੇ ਕੇਸ਼ਵਦਾਸ ਨਾਮ ਦੇ ਦੋ ਪੰਡਤਾਂ ਦੇ ਕੋਲ। ਉਹ ਇਸ ਗੱਲ ਨੂੰ ਲੈ ਕਰਕੇ ਆਪ ਹੀ ਲਾਲਚ ਕਰਕੇ ਕਿ ਪਾਤਸ਼ਾਹ ਪੈਸੇ ਬਹੁਤ ਦਿੰਦੇ, ਇੱਥੇ ਪਹੁੰਚ ਗਏ। ਸਤਿਗੁਰਾਂ ਦੇ ਨਾਲ ਮਿਲਾਪ ਹੋਇਆ, ਦੇਵੀ ਪ੍ਰਗਟ ਕਰਨ ਦੀ, ਚੰਡੀ ਪ੍ਰਗਟ ਕਰਨ ਦੀ ਗੱਲ ਚੱਲੀ। ਉਹ ਕਹਿਣ ਲੱਗੇ ਹਾਂ ਜੀ ਕਰ ਲਵਾਂਗੇ ਆਪਾਂ। ਕਹਿੰਦੇ ਕਿੰਨਾ ਖਰਚਾ ਆਊਗਾ? ਕਹਿੰਦੇ ਜੀ ਖਰਚਾ ਕਾਫੀ ਆਊਗਾ। ਪਹਾੜੀਆਂ ਨੇ ਵੀ ਪ੍ਰਗਟ ਕਰਨੀ ਚਾਹੀ ਸੀ ਪਰ ਉਹ ਖਰਚੇ ਤੋਂ ਭੱਜ ਗਏ ਸੀ ਪਹਾੜੀ ਰਾਜੇ। ਪਾਤਸ਼ਾਹ ਕਹਿੰਦੇ ਕਿੰਨਾ ਖਰਚਾ ਆਊ? ਕਹਿੰਦਾ ਜੀ ਕੋਈ ਲੱਖ ਰੁਪਏ ਤਾਂ ਸਮੱਗਰੀ ਲੱਗ ਜਾਊਗੀ ਇਸ 'ਤੇ। ਪਾਤਸ਼ਾਹ ਕਹਿੰਦੇ ਗੱਲ ਹੀ ਕੋਈ ਨਹੀਂ, ਸਮੱਗਰੀ ਆਪਾਂ ਮੰਗਾ ਲੈਂਦੇ ਹਾਂ ਲੱਖ ਰੁਪਈਏ ਦੀ। ਜਦੋਂ ਸਮੱਗਰੀ ਆ ਗਈ ਫਿਰ ਕਹਿੰਦਾ ਲੱਖ ਰੁਪਈਆ ਮੈਂ ਵੀ ਲਊਂਗਾ ਦਸ਼ਨਾ। ਮਹਾਰਾਜ ਕਹਿੰਦੇ ਤੈਨੂੰ ਵੀ ਦੇਵਾਂਗੇ, ਤੂੰ ਤਿਆਰੀ ਕਰ, ਆਪਾਂ ਕਿੱਥੇ ਸ਼ੁਰੂ ਕਰੀਏ ਕੰਮ? ਕਹਿਣ ਲੱਗਿਆ ਜੀ ਆਪਾਂ ਉੱਥੇ ਸ਼ੁਰੂ ਕਰੀਏ ਜਿੱਥੇ ਕੋਈ ਲੋਕਾਂ ਦਾ ਆਉਣਾ ਜਾਣਾ ਨਾ ਹੋਵੇ। ਉਹ ਸਭ ਤੋਂ ਉੱਚੀ ਪਹਾੜੀ ਜਿਹੜੀ ਆ ਨਾ, ਉਹਨੂੰ ਨੈਣਾ ਦੇਵੀ ਦੀ ਪਹਾੜੀ ਕਹਿੰਦੇ ਆ, ਨੈਣਾ ਦਾ ਟਿੱਲਾ ਕਹਿੰਦੇ ਆ, ਆਪਾਂ ਉਹਦੇ ਉੱਤੇ ਸ਼ੁਰੂ ਕਰੀਏ। ਪਾਤਸ਼ਾਹ ਕਹਿੰਦੇ ਠੀਕ ਹੈ। ਬਹੁਤ ਸਾਰੀਆਂ ਨੇ ਸ਼ਰਤਾਂ ਰੱਖੀਆਂ, ਬ੍ਰਹਮਚਾਰੀ ਰਹਿਣਾ ਪਊਗਾ, ਘਰੇ ਨਹੀਂ ਜਾ ਸਕਦੇ ਜਿੰਨੇ ਦਿਨ ਪ੍ਰਗਟ ਨਹੀਂ ਹੁੰਦੀ, ਭਾਵੇਂ ਸਾਲ ਲੱਗ ਜੇ। ਉਹ ਕਹਿੰਦਾ 3 ਮਹੀਨਿਆਂ 'ਚ ਪ੍ਰਗਟ ਕਰ ਲਾਂਗੇ। ਪਾਤਸ਼ਾਹ ਕਹਿੰਦੇ ਠੀਕ ਹੈ, ਘਰੇ ਵੀ ਨਹੀਂ ਜਾਂਦੇ, ਬ੍ਰਹਮਚਾਰੀਆ ਵੀ ਰੱਖ ਲਵਾਂਗੇ, ਪਰ ਦੇਵੀ ਪ੍ਰਗਟ ਹੋਣੀ ਚਾਹੀਦੀ ਹੈ ਸੰਸਾਰ ਦੇ ਭਲੇ ਵਾਸਤੇ। ਗੁਰੂ ਪਿਆਰਿਓ ਇਹ ਬੜਾ ਖੁਸ਼ ਹੈ, ਫਸਦਾ ਜਾ ਰਿਹਾ ਆਪਣੀਆਂ ਗੱਲਾਂ ਵਿੱਚ ਆਪੇ ਹੀ। ਤੇ ਅਖੀਰ ਇਹਨੇ ਲੱਖ ਰੁਪਏ ਦਾ ਸਮੱਗਰੀ ਲਿਖ ਕੇ ਦੇ ਦਿੱਤੀ ਆ, ਉਹ ਮੰਗਵਾ ਲਈ ਆ। ਹੁਣ ਪਾਤਸ਼ਾਹ ਨੂੰ ਕਹਿਣ ਲੱਗਾ ਜੀ ਇਹ ਸਾਰੀ ਸਮੱਗਰੀ ਨੂੰ ਟਿੱਲੇ 'ਤੇ ਪਹੁੰਚਾਓ ਜਿੱਥੇ ਲੋਕ ਨੈਣਾ ਦੇਵੀ ਨੂੰ ਪੂਜਣ ਵਾਸਤੇ ਜਾਂਦੇ ਨੇ। ਅਸਲ ਦੇ ਵਿੱਚ ਉਹ ਨੈਣਾ ਨਾਮ ਦੇ ਪਹਾੜੀਏ ਦਾ ਖੇਤ ਸੀ, ਟਿੱਲਾ ਸੀ, ਉੱਚਾ ਸੀ, ਕਿਉਂਕਿ ਖੇਤ ਵੀ ਉੱਥੇ ਪਹਾੜਾਂ 'ਤੇ ਹੀ ਹੈ। ਤੇ ਗੁਰੂ ਪਿਆਰਿਓ ਉੱਥੋਂ ਦੀ ਖੇਤੀਬਾੜੀ ਜਿਹੜੀ ਹੈ ਵਟਾਂ ਦੇ ਹਿਸਾਬ ਨਾਲ ਹੁੰਦੀ ਹੈ। ਪੌੜੀਆਂ ਵਾਲੇ ਖੇਤ ਬਣਾਏ ਜਾਂਦੇ ਹੈ, ਭਾਵ ਛੋਟਾ ਜਿਹਾ ਥਾਂ ਸਾਫ਼ ਕੀਤਾ, ਪੌੜੀ ਜੀ ਬਣਾਈ, ਫਿਰ ਉੱਚਾ ਥਾਂ ਸਾਫ਼ ਕਰ ਲਿਆ। ਇਸ ਤਰ੍ਹਾਂ ਖੇਤ ਸੀ ਨੈਣਾ ਨਾਮ ਦੇ ਪਹਾੜੀਏ ਦਾ। ਤਾਂ ਪਿੱਛੇ ਆਪਾਂ ਸਰਵਣ ਕੀਤਾ, ਕਹਿੰਦੇ ਉਹ ਨੈਣਾ ਦਾ ਟਿੱਲਾ ਸੀ, ਉਸ ਦੇ ਉੱਤੇ ਆਪਾਂ ਕਰੀਏ ਇੰਤਜ਼ਾਮ। ਪਾਤਸ਼ਾਹ ਨੇ ਸਿੱਖਾਂ ਨੂੰ ਭੇਜ ਕੇ ਸਫਾਈ ਕਰਾਤੀ ਹੈ ਔਰ ਉੱਥੇ ਸਾਰਾ ਸਮਾਨ ਭੇਜਣ ਦਾ ਹੁਕਮ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਜੀ ਹੁਣ ਕਿਸ ਤਰ੍ਹਾਂ ਇਸ ਪੰਡਤ ਕੇਸ਼ਵਦਾਸ ਨੂੰ ਤੇ ਇਹਦੇ ਸਾਥੀ ਕਾਲੀਦਾਸ ਨੂੰ, ਇਹਨਾਂ ਨੂੰ ਲੈ ਕਰਕੇ ਉਹ ਨੈਣਾ ਦੇ ਟਿੱਲੇ 'ਤੇ ਜਾਂਦੇ ਨੇ। ਫਿਰ ਉੱਥੇ ਸਾਰੀ ਤਿਆਰੀ ਕਰਦੇ ਆ, ਦੇਖਦੇ ਆ ਦੇਵੀ ਪ੍ਰਗਟ ਹੁੰਦੀ ਹੈ ਜਾਂ ਸਤਿਗੁਰੂ ਪਾਤਸ਼ਾਹ ਜੀ ਦਾ ਇਹਦੇ ਪਿੱਛੇ ਮਕਸਦ ਕੋਈ ਹੋਰ ਹੈ। ਉਹ ਆਪਾਂ ਸਾਖੀ 'ਚੋਂ ਸਰਵਣ ਕਰਾਂਗੇ। ਆਰੰਭ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਜਨਨ ਕਾਮਨਾ ਪੂਰਨ ਕਰੈ, ਜਥਾ ਭਾਵਨਾ ਤਿਸ ਥਲ ਧਰੈ। ਔਰ ਕਹਿਣ ਲੱਗਿਆ ਪੰਡਿਤ ਕਾਸ਼ੀ ਰਾਮ ਕੇਸ਼ਵਦਾਸ ਕਾਸ਼ੀ ਦਾ ਰਹਿਣ ਵਾਲਾ ਜਿਹੜਾ ਹੈ, ਕਹਿੰਦਾ ਜੀ ਉਹ ਜਿਹੜਾ ਸਥਾਨ ਹੈ ਨਾ ਬੜਾ ਉਹ ਮਹਾਨ ਹੈ। ਔਰ ਦੱਸਦੇ ਆ ਕਿਸੇ ਸਮੇਂ ਉੱਥੇ ਗਊ ਉੱਥੇ ਆ ਕੇ ਉਸ ਸਥਾਨ 'ਤੇ ਆਪਣੇ ਦੁੱਧ ਨਾਲ ਇਸ਼ਨਾਨ ਕਰਾਉਂਦੀ ਰਹੀ ਹੈ। ਪਿੱਛੇ ਆਪਾਂ ਇਹ ਕਹਾਣੀ ਪੜ੍ਹੀ ਸੀ, ਖੈਰ ਆਪਾਂ ਉਸ ਪਾਸੇ ਨਾ ਜਾਈਏ। ਕਹਿੰਦੀ ਆਪਾਂ ਉੱਥੇ ਚੱਲੀਏ, ਨਾਲੇ ਇਕਾਂਤ ਹੈ ਔਰ ਉਹ ਜਗ੍ਹਾ ਦੇ ਉੱਤੇ ਇਹ ਦੇਵੀ ਜਿਹੜੀ ਆਪਾਂ ਪ੍ਰਗਟ ਕਰਾਂਗੇ ਆਪਣੇ ਸੇਵਕਾਂ ਦੀਆਂ
ਕਾਮਨਾ ਪੂਰੀਆਂ ਕਰਦੀ ਹੈ ਜੀ। ਗਿਰਨ ਬ੍ਰਿੰਦ ਮੈਂ ਗਿਰ ਸੇ ਊਚੇ ਬਿਖਮ ਪੰਥ ਤੇ ਹਵੈ ਨਾ ਪਹੁੰਚੇ। ਔਰ ਸਾਰੇ ਪਹਾੜਾਂ ਤੋਂ ਉੱਚੀ ਪਹਾੜੀ ਉਹ ਹੈ ਗੁਰੂ ਪਿਆਰੋ, ਜਿੱਥੇ ਸੈਂਕੜੇ ਹੀ ਪੌੜੀਆਂ ਬਣਾਈਆਂ ਹੋਈਆਂ ਚੜ੍ਹਨ ਵਾਸਤੇ। ਉੱਥੇ ਉਦੋਂ ਕੋਈ ਪੌੜੀ ਵੀ ਨਹੀਂ ਸੀ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਕਹਿਣ ਲੱਗਿਆ ਜੀ ਉਸ ਪਹਾੜੀ ਤੇ ਚੱਲਦੇ ਆ, ਉੱਥੇ ਕੋਈ ਜਣਾ ਖਣਾ ਵਾਧੂ ਬੰਦਾ ਆ ਵੀ ਨਹੀਂ ਸਕਦਾ। ਪਾਵਨ ਮਹਾ ਇਕੰਤ ਪਲੇਰਾ ਇਸ ਕਾਰਜ ਕੋ ਨੀਕੋ ਹੀਰਾ। ਦੇਵੀ ਪ੍ਰਗਟ ਕਰਨ ਵਾਸਤੇ ਸਭ ਤੋਂ ਵਧੀਆ ਸਥਾਨ ਹੈ ਉਹ, ਪਵਿੱਤਰ ਵੀ ਹੈ, ਇਕਾਂਤ ਵਿੱਚ ਵੀ ਹੈ। ਉੱਥੇ ਆਪਾਂ ਦੇਵੀ ਨੂੰ ਪ੍ਰਗਟ ਕਰ ਸਕਦੇ ਹਾਂ। ਪ੍ਰਾਤ ਕੋ ਹੀਰਨ ਕਰੀਐ ਸੁਨ ਸੁਧਾਰ ਬੇਹਿਤ ਉਚਰੀਐ। ਚਲੋ ਆਪਾਂ ਤੜਕੇ ਚੱਲਾਂਗੇ ਕੱਲ ਨੂੰ, ਉਸ ਥਾਂ ਨੂੰ ਦੇਖ ਕੇ ਆਉਣੇ ਆ। ਜੇ ਫਿੱਟ ਬੈਠਾ ਤਾਂ ਸਫਾਈ ਕਰਵਾਵਾਂਗੇ। ਸੁਣ ਕੇਸ਼ਵ ਨੀਕੇ ਮਨ ਮਾਨੀ ਭਲੀ ਪਾਤ ਇਮ ਕਹਿ ਕਰ ਬਾਨੀ। ਤੇ ਕੇਸ਼ੋ ਦਾਸ ਨੇ ਇਹ ਗੱਲ ਸਤਿਗੁਰ ਕਹੀ। ਪਾਤਸ਼ਾਹ ਕਹਿਣ ਲੱਗੇ ਠੀਕ ਆ, ਉਹ ਸਭ ਤੋਂ ਉੱਚੀ ਪਹਾੜੀ ਆਪਾਂ ਉੱਥੇ ਹੀ ਕਰ ਲੈਨੇ ਆ। ਗੱਲ ਮੰਨੀ, ਸ਼ਾਮਾਂ ਪੈ ਗਈਆਂ, ਗੱਲਾਂ ਬਾਤਾਂ ਕਰਦੇ ਆ ਜੀ। ਆਇਸ ਪਾਏ ਗਇਓ ਨਿਜ ਡੇਰੇ ਚਿਤਵਤ ਦੇਵੀ ਕਾਜ ਬਡੇਰੇ। ਔਰ ਆਗਿਆ ਪਾ ਕੇ ਵਾਪਸ ਆਪਣੇ ਤੰਬੂ ਵਿੱਚ ਚਲੇ ਗਿਆ ਜਿੱਥੇ ਦੀ ਰਿਹਾਇਸ਼ ਕਰਾਈ ਹੈ। ਪਰ ਹੁਣ ਇਹਦੇ ਦਿਲ ਵਿੱਚ ਕੁਝ ਖੜਕਣ ਲੱਗੀ ਹੈ, ਬਈ ਪਤਾ ਨਹੀਂ ਦੇਵੀ ਪ੍ਰਗਟ ਹੋਊ ਕਿ ਨਾ ਹੋਊ। ਔਖਾ ਬਹੁਤ ਹੈ ਕੰਮ, ਭਾਵੇਂ ਕਿ ਦੁਨੀਆ ਦੇ ਭਲੇ ਵਾਸਤੇ ਹੈ। ਅਗਲੀ ਪ੍ਰਾਤ ਭਈ ਜਬ ਆਏ ਗਏ ਗੁਰੂ ਦੇ ਜਲੀਨ ਬੁਲਾਏ। ਦੂਜਾ ਦਿਨ ਚੜਿਆ, ਪਾਤਸ਼ਾਹ ਜੀ ਆਪਣੇ ਨਿਤਨੇਮ ਤੋਂ ਵਿਹਲੇ ਹੋ ਕਰਕੇ ਤੇ ਫੇਰ ਪੰਡਤ ਕੇਸ਼ੋ ਦਾਸ ਨੂੰ ਸੱਦਿਆ ਹੈ ਜੀ। ਸਨੇ ਸਨੇ ਪਰਬਤ ਪਰ ਚੜੇ ਸਥਾਨ ਦੇਖ ਉਰ ਆਨੰਦ ਬੜੇ। ਔਰ ਇਸ ਤਰ੍ਹਾਂ ਲੈ ਕਰਕੇ ਕੇਸ਼ੋ ਦਾਸ ਨੂੰ, ਕਾਲੀ ਦਾਸ ਨੂੰ, ਇਹਨਾਂ ਪੰਡਤਾਂ ਨੂੰ ਪਾਤਸ਼ਾਹ ਜੀ ਹੌਲੀ ਹੌਲੀ ਉਸ ਪਹਾੜੀ ਦੇ ਉੱਪਰ ਚੜ੍ਹ ਗਏ ਹਨ। ਕਰ ਪਸੰਦ ਸੁਥਾਨ ਮਹਾਨਾ ਹਰਕਤ ਕੇਸ਼ੋ ਦਾਸ ਬਖਾਨਾ। ਔਰ ਇਹ ਜਗ੍ਹਾ ਜਿਹੜੀ ਹੈ ਬੜੀ ਚੰਗੀ ਲੱਗੀ ਹੈ। ਕੇਸ਼ੋ ਦਾਸ ਵੀ ਬਹੁਤ ਖੁਸ਼ ਹੋਇਆ ਹੈ ਜੀ। ਭਲੂ ਸਥਲ ਹੋ ਮਨ ਕੋ ਪਾਇਓ ਜਿਸ ਤੇ ਮਮ ਅਸ ਨਿਸ਼ਚੇ ਆਇਓ। ਔਰ ਨਾਲੇ ਫਿਰ ਫੜਾ ਮਾਰਦਾ ਹੈ, ਮਹਾਰਾਜ ਸਭ ਤੋਂ ਵਧੀਆ ਸਥਾਨ ਆਪਾਂ ਨੂੰ ਲੱਭ ਗਿਆ। ਮੈਨੂੰ ਤਸੱਲੀ ਹੈ, ਮੈਨੂੰ ਨਿਸ਼ਚਾ ਆ ਗਿਆ ਹੈ ਕਿ ਹੁਣ ਹੋਏ ਬਿਦਤ ਜਗਦੰਬਾ ਜੈਸੇ ਸਕਲ ਸਮਾਜ ਮਿਲਤ ਹੈ ਜੈਸੇ ਐਸੇ। ਕਹਿਣ ਲੱਗੇ ਇੱਥੇ ਇਕਾਂਤ ਵਿੱਚ ਤਾਂ ਜਗਦੰਬਾ ਭਾਵ ਉਹ ਦੇਵੀ ਐਉਂ ਪ੍ਰਗਟ ਹੋ ਜਾਵੇਗੀ ਜਿਵੇਂ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ। ਚੱਲ ਅਨਾਸੀ ਸੁਜਸ ਤੁਮਾਰਾ ਪਸਚ ਰਹਿ ਪਸ ਰਹਿ ਗੋ ਸਭ ਜਗਤ ਮਜਾਰਾ। ਕਹਿੰਦਾ ਮਹਾਰਾਜ ਇਹ ਤੁਹਾਡੀ ਵੀ ਦੁਨੀਆ ਦੇ ਵਿੱਚ ਸਿਫਤ ਸਦਾ ਹੁੰਦੀ ਰਹੇਗੀ, ਕਿਉਂਕਿ ਤੁਸੀਂ ਦੇਵੀ ਪ੍ਰਗਟ ਕਰਵਾ ਰਹੇ ਹੋ, ਬਹੁਤ ਵੱਡਾ ਕੰਮ ਕਰ ਰਹੇ ਹੋ। ਇਸ ਕਰਕੇ ਤੁਹਾਡੀ ਵੀ ਦੁਨੀਆ ਵਿੱਚ ਸਿਫਤ ਹੋਵੇਗੀ। ਚੱਕਰਵਰਤੀ ਭੂਪਤ ਪਹਵੋ ਬਹੁ ਭਈ ਧਰਤਾ ਸਰਬ ਸ਼ਕਤ ਉਪਜੇ। ਮਹਾਰਾਜ ਰਾਜੇ ਬਹੁਤ ਆਏ ਆ ਦੁਨੀਆ ਦੇ ਵਿੱਚ, ਪਰ ਆਹ ਕੰਮ ਕਿਸੇ ਨੇ ਨਹੀਂ ਕੀਤਾ ਕਰਵਾਇਆ, ਕਿਉਂਕਿ ਖਰਚੇ ਬਹੁਤ ਲੱਗ ਜਾਂਦੇ ਆ ਇਹਨਾਂ ਕੰਮਾਂ ਦੇ ਉੱਤੇ। ਚੱਕਰਵਰਤੀ ਵੀ ਰਾਜੇ ਦੁਨੀਆ ਵਿੱਚ ਹੋ ਕੇ ਗਏ ਸ਼ਕਤੀ ਵਾਲੇ। ਇਸ ਤੇ ਕਾਜ ਨ ਐਸੇ ਸਰਿਓ ਜਸ ਉਤਸ਼ਾਹ ਆਪਨੇ ਧਰਿਓ। ਇਹ ਵੱਡੇ ਕਾਰਜ ਨੂੰ ਤੁਸੀਂ ਹੱਥ ਪਾਇਆ ਮਹਾਰਾਜ। ਚੱਕਰਵਰਤੀ ਰਾਜਿਆਂ ਤੋਂ ਵੀ ਇਹ ਕੰਮ ਨਹੀਂ ਹੋਇਆ ਜੀ। ਆਦ ਸ਼ਕਤੀ ਮਧ ਕੈਟ ਬਭਾ ਮਰਦਨ ਰਕਤ ਬੀਜ ਸੰਭਾਦਿਕ ਅਰਦਨ। ਮਹਾਰਾਜ ਇਹ ਉਹ ਸ਼ਕਤੀ ਪ੍ਰਗਟ ਕਰਨ ਲੱਗੇ ਆਪਾਂ ਜਿਹਨੇ ਮਧੂ ਕੈਟ ਵਰਗੇ ਦੈਂਤਾਂ ਨੂੰ ਮਲਿਆ, ਖਤਮ ਕੀਤਾ ਹੈ। ਰਕਤ ਵੀ ਜੋ ਖੂਨ ਦੇ ਛਿੱਟੇ ਤੋਂ ਕਹਿੰਦੇ ਦੁਬਾਰਾ ਫਿਰ ਪੈਦਾ ਹੋ ਜਾਂਦਾ ਸੀ। ਸੁੰਭ ਸ਼ੁੰਭ ਆਦਿ ਇਹਨਾਂ ਦੈਂਤਾਂ ਨੂੰ ਜਿਨ੍ਹਾਂ ਨੇ ਮਾਰਨਾ ਕੀਤਾ ਹੈ ਜੀ। ਸ਼ੈ ਬਿਲੋਚਨ ਕੇ ਸੋ ਕਰਨੀ ਕੌਣ ਸਕੈ ਕਰ ਐਸੀ ਕਰਨੀ। ਮਹਾਰਾਜ ਤੁਹਾਡੇ ਤੋਂ ਬਗੈਰ ਉਸ ਦੇਵੀ ਨੂੰ ਹੋਰ ਕੌਣ ਪ੍ਰਗਟ ਕਰ ਸਕਦਾ ਹੈ। ਇਹ ਕਰਨੀ ਉਸੇ ਦੇਵੀ ਦੀ ਹੈ ਜਿਹਨੇ ਐਸੇ ਐਸੇ ਦੈਂਤਾਂ ਨੂੰ ਮਾਰੇ ਹੈ। ਤੇ ਆਪਾਂ ਹੁਣ ਉਹਦੇ ਪ੍ਰਤੱਖ ਦਰਸ਼ਨ ਕਰਾਂਗੇ। ਸਭ ਸਿੱਖਨ ਸੋ ਗੁਰੂ ਬਖਾਨਾ ਕਰੋ ਸੁਧਾਰਨ ਭਲੇ ਸੁਥਾਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਇੱਥੋਂ ਸਫਾਈ ਕਰੋ ਚੰਗੀ ਤਰ੍ਹਾਂ। ਸੁੰਦਰ ਮੰਦਿਰ ਦੇਹੁ ਬਨਵਾਏ ਜਹਾਂ ਸਮਗਰੀ ਦੇ ਟਿਕਾਈ। ਇੱਥੇ ਕਮਰਾ ਬਣਵਾ ਲਓ ਜਿਹਦੇ ਵਿੱਚ ਸਾਰੀ ਸਮੱਗਰੀ ਰੱਖੀ ਜਾਵੇ, ਕਿਉਂਕਿ ਲੱਖ ਰੁਪਏ ਦੀ ਸਮੱਗਰੀ ਉਸ ਵੇਲੇ ਹੈ ਜਿਹੜੀ ਅੱਜ ਕਰੋੜਾਂ ਦੀ ਹੋ ਸਕਦੀ ਆ।
ਔਰ ਇਸ ਕਰਕੇ ਉਹ ਸਾਰੀ ਸਮੱਗਰੀ ਜਿਹੜੀ ਆ ਉਹ ਕਮਰੇ ਵਿੱਚ ਲਿਆ ਕੇ ਰੱਖਾਂਗੇ। ਅਮਨ ਕੁੰਡ ਕੋ ਜਥਾ ਆਕਾਰਾ ਕਾਰੀਗਰ ਸੋ ਵਿਪਰ ਉਚਾਰਾ। ਔਰ ਪੰਡਿਤ ਕਹਿਣ ਲੱਗਿਆ ਜੀ ਇੱਥੇ ਕੁੰਡ ਪਟਵਾਓ ਔਰ ਉਸ ਨੂੰ ਪੱਕਾ ਕਰਵਾਓ ਮਿਸਤਰੀਆਂ ਦੇ ਕੋਲੋਂ, ਜਿੱਥੇ ਆਪਾਂ ਇਹ ਸਮੱਗਰੀ ਹਵਨ ਕਰਨੀ ਹੈ। ਦੂਰ ਉਰੈ ਚੌਂਕੀ ਨਰ ਥਿਰੈ ਜੇ ਸਭ ਰੀਤ ਸੁਚੇਤੀ ਧਰੈ। ਔਰ ਮਹਾਰਾਜ ਇੱਕ ਆਪਣੇ ਚੌਂਕੀ ਭਾ ਪਹਿਰਾ ਵੀ ਲਵਾ ਦਿਓ ਆਪਣੇ ਥੋੜੀ ਦੂਰੀ ਤੇ, ਤਾਂ ਕਿ ਕੋਈ ਇੱਧਰ ਨਾ ਆਵੇ ਤੇ ਉਹ ਬੰਦੇ ਸੁਚੇਤ ਰਹਿਣ ਪਹਿਰੇਦਾਰ। ਰਚੋ ਸਥਲ ਇਤਿਆਦ ਬਤਾਏ ਆਏ ਪੁਰ ਗੁਰ ਬੇਪਰ ਮਿਲਾਈ। ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਅਤੇ ਪੰਡਿਤ ਕੇਸ਼ੋ ਦਾਸ ਸਾਰੀ ਤਿਆਰੀ ਉੱਥੇ ਕਰਵਾਉਣ ਵਾਸਤੇ ਸਾਰੀ ਸਿੱਖਾਂ ਨੂੰ ਦੱਸ ਕਰਕੇ ਥੱਲੇ ਆ ਗਏ ਜੀ। ਪੂਰਨ ਤਿਆਰੀ ਸਭ ਕਰਵਾਈ ਹਵਨ ਸਮਗਰੀ ਤਹਾਂ ਪਹੁੰਚਾਈ। ਸਾਰੀ ਤਿਆਰੀ ਕਰਵਾ ਕਰਕੇ ਕਹਿੰਦੇ ਫਿਰ ਸਾਡਾ ਜਿਹੜਾ ਸਮੱਗਰੀ ਸੀ, ਸਮਾਨ ਲਿਆਂਦਾ ਸੀ ਜੋ ਬੋਰੀਆਂ ਦੇ ਵਿੱਚ ਭਰਿਆ ਹੋਇਆ ਹੈ, ਜੋ ਹਵਨ ਦੀ ਅੱਗ ਵਿੱਚ ਪਾਉਣਾ ਹੈ, ਤੇ ਇਹ ਪੰਡਿਤ ਕਹਿੰਦੇ ਆ ਫਿਰ ਦੇਵੀ ਪ੍ਰਗਟ ਹੋਵੇਗੀ। ਉਹ ਸਾਰਾ ਸਮਾਨ ਪਾਤਸ਼ਾਹ ਜੀ ਨੇ 7 ਬਚਨ ਕਹਿ ਕੇ ਉੱਥੇ ਭੇਜ ਦਿੱਤਾ ਹੈ ਜੀ। ਦਿਵਸ ਪ੍ਰੀਤ ਪ੍ਰਤੀਖਨ ਲੱਗੇ ਕਿਰਪਾਲਾ ਕਰਹਿ ਆਰੰਭ ਪ੍ਰਥਮ ਜਿਸ ਕਾਲਾ। ਹੁਣ ਪਾਤਸ਼ਾਹ ਪੰਡਿਤ ਕੇਸ਼ੋ ਦਾਸ ਨੂੰ ਕਹਿੰਦੇ ਦੱਸ ਵੀ ਕਿੱਦਾਂ ਸ਼ੁਰੂ ਕਰਨਾ ਹੈ। ਕਹਿਣ ਲੱਗਿਆ ਜੀ ਮੈਂ ਦੱਸੂਗਾ ਤੁਹਾਨੂੰ ਸੋਚ ਕੇ ਕਿਹੜੇ ਦਿਨ ਆਪਾਂ ਸ਼ੁਰੂ ਕਰੀਏ। ਨਿਤ ਪ੍ਰਤੀ ਦਿਜਬਰ ਪਹੁੰਚੇ ਪਾਸ ਕਰਹਿ ਵਾਰਤਾਲਾਪ ਪ੍ਰਕਾਸ਼। ਪੰਡਿਤ ਕੇਸ਼ੋ ਦਾਸ ਰੋਜ਼ ਸਤਿਗੁਰਾਂ ਦੇ ਕੋਲ ਦੀਵਾਨ ਵਿੱਚ ਆਉਂਦਾ ਹੈ ਔਰ ਗੱਲਾਂ ਬਾਤਾਂ ਕਰਦਾ ਹੈ ਜੀ। ਪੂਜਨ ਹਵਨ ਕਰਨ ਬਿਦ ਸਾਰੀ ਕਹਿ ਕਹਿ ਸਭ ਕਿਛ ਠਾਨਸ ਤਿਆਰੀ। ਔਰ ਇਹ ਸਾਰੀ ਤਿਆਰੀ ਜਿਹੜੀ ਹੈ ਪੰਡਿਤ ਕਹਿ ਕੇ ਸਾਰੀ ਕਰਵਾ ਰਿਹਾ ਹੈ। ਕਿਵੇਂ ਪੂਜਾ ਕਰਨੀ ਹੈ, ਕਿਵੇਂ ਹਵਨ ਕਰਨਾ ਹੈ, ਕਿਵੇਂ ਸਾਜੋ ਸਮਾਨ ਉੱਥੇ ਚਾਹੀਦਾ, ਕੀ ਚਾਹੀਦਾ। ਪਰ ਗੁਰੂ ਸਾਹਿਬ ਕਿਸੇ ਗੱਲ ਤੋਂ ਭੱਜਦੇ ਨਹੀਂ, ਜੋ ਮੰਗਦਾ ਇਹਨੂੰ ਉਹੀ ਤਿਆਰ ਕਰਵਾ ਕੇ ਦੇ ਦਿੱਤਾ ਜਾਂਦਾ ਹੈ ਜੀ। ਕਰ ਮਨ ਮੇਵਾ ਮਿਸ਼ਟਾਨ ਤਿਲ ਕ੍ਰਿਤ ਜਵ ਤੰਦੁਲ ਸਭ ਆਨ। ਸੈਂਕੜੇ ਮਨ ਮੇਵਾ, ਮਣਾ ਮੂਹੀ ਮੇਵਾ ਮਿੱਠਾ ਖੰਡ ਵਿੱਚ ਮਿਲਾਉਂਦੇ ਹਨ, ਤਿਲ, ਦੇਸੀ ਘਿਓ ਅਤੇ ਚੌਲ। ਕਹਿ ਪ੍ਰਭ ਸੂ ਤਹਾਂ ਪਹੁੰਚਾਈ ਥਾਨ ਸੁਧਾਰਿਓ ਨੀਕ ਬਣਾਈ। ਔਰ ਸਿੱਖਾਂ ਨੂੰ ਕਹਿ ਕਰਕੇ ਸਾਰਾ ਸਮਾਨ ਉਸ ਉੱਚੇ ਟਿੱਲੇ ਤੇ, ਜਿਸ ਨੂੰ ਅੱਜ ਇਹ ਨੈਣਾ ਦੇਵੀ ਦਾ ਪਹਾੜ ਕਹਿੰਦੇ ਐ, ਅਸਲ ਦੇ ਵਿੱਚ ਉਹ ਨੈਣਾ ਨਾਮ ਦੇ ਪਹਾੜੀਏ ਦੀ ਜ਼ਮੀਨ ਸੀ। ਤਾਂ ਇਸ ਤਰ੍ਹਾਂ ਗੁਰੂ ਪਿਆਰੋ ਇਹ ਸਾਰਾ ਸਮਾਨ ਉੱਥੇ ਪਹੁੰਚ ਗਿਆ ਜੀ। ਆਮਨ ਕੁੰਡ ਜਿਸ ਜੁਗਤ ਬਤਾਇਓ ਸੋਭੀ ਭਲੀ ਭਾਂਤ ਕਰਵਾਇਓ। ਔਰ ਹਵਨ ਕੁੰਡ ਜੋ ਪੱਟ ਕਰਕੇ ਗੋਲ ਜਾਂ ਚੌਰਸ ਜਿਵੇਂ ਵੀ ਇਹਨੂੰ ਚੰਗਾ ਲੱਗਿਆ, ਉਹ ਮਿਸਤਰੀਆਂ ਨੇ ਬੜਾ ਸੁੰਦਰ ਬਣਾ ਦਿੱਤਾ ਹੈ ਜੀ। ਦੋਹਰਾ ਪੂਰਨਮਾ ਵੈਸਾਖ ਕੀ ਜਬ ਦਿਨ ਆਇਓ ਸੋਏ ਮੰਗਲ ਕਰੇ ਅਨੇਕ ਬਿਦੋ ਹਰਖਤ ਪੇ ਸਭ ਕੋਏ। ਅਖੀਰ ਕਹਿਣ ਲੱਗਿਆ ਜੀ ਆਪਾਂ ਵੈਸਾਖ ਦੀ ਪੂਰਨਮਾਸ਼ੀ ਵਾਲੇ ਦਿਨ ਜਿਹੜਾ ਹੈ ਇਹ ਕੰਮ ਆਰੰਭ ਕਰਾਂਗੇ। ਪੂਰਨਮਾਸ਼ੀ ਦਾ ਦਿਨ ਆ ਗਿਆ, ਵਿਸਾਖ ਦੀ ਪੂਰਨਮਾਸ਼ੀ, ਤਾਂ ਸਾਰੀਆਂ ਤਿਆਰੀਆਂ ਹੋਣ ਲੱਗੀਆਂ, ਖੁਸ਼ੀਆਂ ਮਨਾਈਆਂ ਜਾਣ ਲੱਗੀਆਂ। ਪੰਡਿਤ ਕੇਸ਼ੋ ਦਾਸ, ਕਾਲੀਦਾਸ ਆਦਿ ਖੁਸ਼ ਹੋ ਰਹੇ ਹਨ। ਪਈ ਨੌਬਤ ਬਾਜਤ ਪ੍ਰਭ ਦਰਬਾਰਾ ਲਗ ਧੁੰਦਪ ਕੋ ਸ਼ਬਦ ਉਦਾਰਾ। ਗੁਰੂ ਜੀ ਦੇ ਦਰਬਾਰ ਵਿੱਚ ਨੌਬਤ ਵੱਜ ਰਹੀ ਹੈ, ਭਾਵ ਛੋਟੀਆਂ ਢੋਲਕੀਆਂ, ਤਪਲੇ ਆਦਿ ਵੱਜ ਰਹੇ ਹਨ, ਜਿਨ੍ਹਾਂ ਦੇ ਰਾਹੀਂ ਕੀਰਤਨ ਹੋਇਆ ਕਰਦਾ, ਔਰ ਧੁੰਦ ਵੀ ਵਜਾ ਕੇ ਸ਼ਬਦ ਗਾਏ ਜਾ ਰਹੇ ਹਨ। ਸ਼ੰਖ ਨਫੀਰਨ ਫੂਕ ਭਰੀ ਹੈ ਧੁਨੀ ਉਠਾਵਤ ਊਚ ਕਰੀ ਹੈ। ਸ਼ੰਖ ਨਫੀਰੀਆਂ ਇਹਨਾਂ ਵਿੱਚ ਹਵਾ ਮਾਰ ਕੇ ਵਜਾਏ ਜਾਂਦੇ ਹਨ। ਇਹਨਾਂ ਦੀਆਂ ਧੁਨਾਂ ਉੱਠੀਆਂ, ਭਾਵ ਚੰਡੀ ਨੂੰ ਪ੍ਰਗਟ ਕਰਨ ਦੀ ਤਿਆਰੀ ਹੋਣ ਲੱਗੀ ਹੈ। ਪਾਣਵ ਪਟ ਹੈ ਔਰ ਢੋਲ ਵਿਸਾਲੇ ਮੁਰਲੀ ਗੋਮੁਖ ਸ਼ਬਦ ਉਠਾਲੇ। ਪਨਵ, ਢੋਲ ਵੱਡੇ, ਮੁਰਲੀਆਂ, ਬੰਸਰੀਆਂ, ਨਰਸੰਗਿਆਂ ਦੀ ਆਵਾਜ਼ ਆਉਣ ਲੱਗੀ ਜੀ। ਜੈ ਜਗਦੰਬਾ ਊਚ ਉਚਾਰੇ ਰੰਕਨ ਗਨ ਦੇ ਸਰਬ ਦਰਬ ਉਦਾਰੇ। ਪਾਂਡੇ ਜਿਹੜੇ ਹਨ ਦੇਵੀ ਦੀਆਂ ਸਿਫਤਾਂ, ਉਹਦੇ ਗੀਤ ਗਾ ਰਹੇ ਹਨ, ਜੈ ਜਗਦੰਬਾ ਕਰਦੇ ਹੋਏ। ਹੋਰ ਵੀ ਬਹੁਤ ਸਾਰੇ ਪੰਡਤ ਸੀ, ਇਹ ਇਕੱਲਾ ਹੀ ਨਹੀਂ ਸੀ, ਇਹ ਤਾਂ ਮੁਖੀ ਸੀਗਾ। ਗੱਲ ਤਾਂ ਮੁਖੀ ਨਾਲ ਹੋ ਰਹੀ ਆ, ਹੋਰ ਵੀ ਬਹੁਤ ਸਾਰੇ ਪੰਡਤ ਉੱਥੇ ਆਏ ਨਾ, ਔਰ ਇਹ ਉਹਦੀਆਂ ਸਿਫਤਾਂ ਕਰਦੇ ਹੈ
ਕਿ ਤੂੰ ਅਨੇਕਾਂ ਗਰੀਬਾਂ ਦੇ ਕਾਰਜ ਰਾਸ ਕੀਤੇ ਹਨ। ਸਭ ਹੂੰ ਜੈ ਗੁਰ ਬਾਕ ਸੁਨਾਇਓ, ਬਾਰਹ ਬਾਰ ਪ੍ਰਸਾਦ ਵਰਤਾਇਓ। ਇਸ ਤਰ੍ਹਾਂ ਦੀਵਾਨਾਂ ਦੀ ਸਮਾਪਤੀ ਕੀਤੀ ਆ ਆਨੰਦਪੁਰ ਸਾਹਿਬ ਤੋਂ, ਤੇ ਫੇਰ ਚੱਲੇ ਹਨ ਉਧਰ ਨੂੰ, ਔਰ ਸਾਰੇ ਦੇਵੀ ਦੀਆਂ ਜੈ ਜੈਕਾਰਾਂ ਕਹਿੰਦੇ ਉੱਥੇ ਬ੍ਰਾਹਮਣ ਸਾਰੇ ਕਰਨ ਲੱਗੇ ਜੀ। ਧੂਪ ਤੁਖਾਵਤ ਫੂਲਨ ਮਾਲਾ, ਚੰਦਨ ਆਦ ਸੁਗੰਧਤ ਸਾਲਾ। ਸਾਰੀਆਂ ਤਿਆਰੀਆਂ ਕਰਕੇ ਆਨੰਦਪੁਰ ਸਾਹਿਬ ਸਵੇਰ ਦੇ ਨਿਤਨੇਮ ਦਾ ਭੋਗ ਪਾ ਕੇ ਦੀਵਾਨਾਂ ਦੀ ਸਮਾਪਤੀ ਕਰਕੇ ਕਹਿੰਦੇ ਇਹਨਾਂ ਨੇ ਜਾਣ ਤੋਂ ਪਹਿਲਾਂ ਕੀ ਕੁਝ ਕੀਤਾ ਹੈ। ਬਹੁਤ ਸਾਰੀ ਧੂਪ ਤੁਖਾਈ ਹੈ, ਫੁੱਲਾਂ ਦੀਆਂ ਮਾਲਾ ਲਈਆਂ, ਚੰਦਨ ਆਦਿ ਛਿੜਕਣ ਵਾਸਤੇ ਤਿਆਰ ਲਿਆ ਹੈ ਜੀ। ਸਮਾ ਜਾਨ ਦਿਜ ਕੇਸ਼ਵ ਆਇਓ, ਆਸ਼ਿਖ ਤਪ ਤਹ ਤੇਜ ਸੁਨਾਇਓ। ਪੰਡਿਤ ਕੇਸ਼ਵ ਦਾਸ ਵੀ ਤਿਆਰ ਹੋ ਕੇ ਆ ਗਿਆ ਹੈ, ਅਸ਼ੀਸ਼ਾਂ ਦਿੰਦਾ ਹੈ ਤੁਹਾਡਾ ਤਪ ਤੇਜ ਬਹੁਤ ਫੈਲੇ। ਅਪਰ ਵਿਪਰ ਜੇ ਸਤਿਗੁਰ ਪਾਸ, ਬੀਦ ਕੂਖ ਕੇ ਕਰਤ ਪ੍ਰਕਾਸ਼। ਹੋਰ ਵੀ ਬਹੁਤ ਸਾਰੇ ਪੰਡਿਤ ਪਾਤਸ਼ਾਹ ਕੋਲ ਸਨ ਜਿਹੜੇ ਵੇਦਾਂ ਦੀ ਕਥਾ ਸੁਣਾਉਂਦੇ ਸਨ। ਸਭ ਹਿੰਦੂ ਆਇਨ ਸਿਰ ਕੋ ਮੌਰ, ਖਰੀ ਕਰੇ ਦਿਜ ਪੂਰਨ ਪੌਰ। ਇਸ ਤਰ੍ਹਾਂ ਸਾਰੇ ਹਿੰਦੂਆਂ ਦੇ ਸਰਮੌਰ ਸਾਰੇ ਬ੍ਰਾਹਮਣ ਡਿਉੜੀ ਵਿੱਚ ਖੜੇ ਕਰ ਲਏ ਜੀ। ਭਇਓ ਕੁਲਾਹਲ ਅਨਕ ਪ੍ਰਕਾਰਾ, ਕੇਸ਼ਵ ਕਹੈ ਸੋ ਕੀਨੀ ਕਾਰਾ। ਔਰ ਬੜਾ ਰੌਲਾ ਪੈ ਰਿਹਾ ਗੱਲਾਂ ਬਾਤਾਂ ਦਾ, ਜਿਵੇਂ ਕੇਸ਼ਵ ਦਾਸ ਪੰਡਤ ਕਹਿ ਰਿਹਾ ਹੈ ਉਵੇਂ ਸਾਰੇ ਕੰਮ ਕਰ ਰਹੇ ਹਨ। ਗਮ ਨੇ ਪੁਨ ਪ੍ਰਭ ਦਿਜ ਸੰਗ ਲੀਨੇ, ਆਸ਼ਿਕ ਬਾਦ ਮਾਤਲ ਮਿਲ ਦੀਨੇ। ਔਰ ਫਿਰ ਕੇਸ਼ਵ ਦਾਸ ਕਹਿੰਦਾ ਚਲੋ ਜੀ ਚੱਲੀਏ, ਹੁਣ ਸਮਾਂ ਸਹੀ ਆ। ਗੁਰੂ ਸਾਹਿਬ ਇਹਨਾਂ ਚੱਕਰਾਂ 'ਚ ਵੱਜੇ ਹੋਏ ਨੇ। ਮੈਂ ਫਿਰ ਕਹਿਣਾ ਇਹ ਕੌਤਕ ਕੀਤਾ ਹੈ, ਪਰ ਇਹ ਕੌਤਕ ਕਰਨ ਦੇ ਪਿੱਛੇ ਗੁਰੂ ਪਿਆਰੋ ਸਤਿਗੁਰਾਂ ਦਾ ਮਕਸਦ ਹੈ ਜਿਹੜਾ ਸਿੱਖ ਨੂੰ ਨਿਰੋਲ ਇਹਨਾਂ ਚੀਜ਼ਾਂ ਤੋਂ ਬਾਹਰ ਕੱਢਣਾ ਹੈ। ਕਈ ਚੀਜ਼ਾਂ ਨੂੰ ਬੰਦਾ ਮੰਨਦਾ ਨਹੀਂ ਕਰੇ ਤੋਂ ਬਗੈਰ, ਇਸ ਕਰਕੇ ਸਤਿਗੁਰ ਨੂੰ ਇਹ ਪ੍ਰੈਕਟੀਕਲ ਕਰਨਾ ਪਿਆ। ਭਾਵੇਂ ਤੇ ਖਰਚਾ ਵੀ ਆਇਆ, ਪਰ ਖਰਚੇ ਤੋਂ ਵੱਡੀ ਚੀਜ਼ ਹੈ ਭਰਮ, ਜਿਸ ਨੂੰ ਕੱਢਿਆ ਨਹੀਂ ਜਾ ਸਕਦਾ ਬਿਨਾਂ ਕਿਸੇ ਢੰਗ ਦੇ ਨਾਲ। ਉਹਨੂੰ ਕੱਢਣ ਦੇ ਲਈ ਸਾਰੀ ਤਿਆਰੀ ਪਾਤਸ਼ਾਹ ਨੇ ਕਰਵਾ ਦਿੱਤੀ ਹੈ। ਗੁਰੂ ਮਨੋਰਥ ਨੌ ਗੁਰ ਆਏ, ਜਗ ਮਾਤਾ ਤੁਮ ਹੋਏ ਸਹਾਈ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਪੰਡਿਤ ਅਰਦਾਸਾਂ ਕਰਦਾ ਹੈ, ਹੀ ਜਗਤ ਮਾਤਾ ਸਹਾਇਤਾ ਕਰੋ, हे ਗੁਰੂਓ ਤੁਸੀਂ ਵੀ ਸਹਾਇਤਾ ਕਰੋ। ਸਭ ਲੋਕ ਕ੍ਰਿਤ ਕਰਿਓ ਜੇ ਚਾਹਤ, ਕਾਰਨ ਭਰ ਉਪਕਾਰ ਉਮਾਹਤ। ਔਰ ਇਸ ਤਰ੍ਹਾਂ ਆਪਣੀ ਕਿਰਤ ਨੂੰ, ਆਪਣੇ ਇਸ ਕੰਮ ਨੂੰ ਸਫਲਾ ਕਰਨ ਵਾਸਤੇ ਜੋ ਪਰਉਪਕਾਰ ਦਾ ਕਾਰਜ ਹੈ, ਸਾਰੇ ਬੜੇ ਉਤਸ਼ਾਹ ਵਿੱਚ ਹਨ। ਧੁਖਤ ਧੂਪ ਚਾਲਤ ਗੁਰ ਆਗੇ, ਪੁਸ਼ਪਨ ਬਰਖਾ ਮੋਚਨ ਲਾਗੇ। ਇਸ ਤਰ੍ਹਾਂ ਅੱਗੇ ਅੱਗੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਧੂਫਾਂ ਧੁਖ ਰਹੀਆਂ ਹਨ। ਸਤਿਗੁਰੂ ਪਾਤਸ਼ਾਹ ਤੁਰੇ ਜਾ ਰਹੇ ਹਨ। ਨੇਮ ਸਮੇਤ ਵਿਪਰ ਲੈ ਨਾਲ, ਗਮਨੇ ਮੰਡਲ ਹੋਤ ਕਿਰਪਾਲ। ਸਤਿਗੁਰਾਂ ਦੀ ਉੱਤੇ ਫੁੱਲਾਂ ਦੀ ਵਰਖਾ ਹੁੰਦੀ ਜਾ ਰਹੀ ਹੈ। ਔਰ ਜਿਹੜਾ ਪੰਡਿਤ ਕੇਸ਼ਵ ਦਾਸ ਹੈ, ਇਹ ਵੀ ਆਪਣੇ ਸਾਰੇ ਬ੍ਰਾਹਮਣਾਂ ਨੂੰ ਸਾਥ ਲੈ ਕੇ ਜਾ ਰਿਹਾ ਹੈ ਜੀ। ਸਿੱਖ ਮਸੰਦ ਹਜ਼ਾਰੋਂ ਸੰਗ, ਦਿਜਬਰ ਗੁਨੀ ਸੁਪਾਵਨ ਅੰਗ। ਕੇਸ਼ਵ ਦਾਸ ਦੇ ਨਾਲ ਬਹੁਤ ਸਾਰੇ ਪੰਡਿਤ ਅਤੇ ਗੁਰੂਆਂ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਮਸੰਦ ਸਤਿਗੁਰਾਂ ਦੇ ਸੇਵਕ ਜਾ ਰਹੇ ਹਨ। ਗਿਰ ਕੇ ਨਿਕਟ ਪਹੁੰਚੇ ਜਾਏ, ਖਰੇ ਭਈ ਨਰ ਜੋਤ ਸਮਦਾਏ। ਇਸ ਤਰ੍ਹਾਂ ਉਸ ਨੈਣਾ ਦੇਵੀ ਪਹਾੜ ਦੇ ਕੋਲ ਪਹੁੰਚ ਗਏ, ਸਾਰੇ ਖੜ ਗਏ ਜੀ। ਯਥਾ ਜੋਗ ਸਭ ਹਿਨ ਸੋ ਕਰ ਕਰ, ਦੇ ਕੈ ਹੁਕਮ ਕਰੇ ਤੈ ਇਸ ਥਰ। ਇਸ ਤਰ੍ਹਾਂ ਹੁਣ ਸਾਰਿਆਂ ਦੇ ਕੋਲੋਂ ਜੋ ਜੋ ਕੰਮ ਕਰਾਉਣਾ, ਜਿਵੇਂ ਕੇਸ਼ਵ ਦਾਸ ਦੱਸੀ ਜਾਂਦਾ ਹੈ ਉਵੇਂ ਕਰਵਾਉਣਾ ਕੀਤਾ ਹੈ, ਤੇ ਜਿੱਥੇ ਜਿਸ ਨੂੰ ਪਹਿਰਾ ਲਵਾਉਣਾ ਸੀ ਪਹਿਰਾ ਲਵਾ ਦਿੱਤਾ ਹੈ ਜੀ। ਆਏ ਅਰੂੜਤ ਸੈਲ, ਗਮਨੇ ਗੁਰੂ ਬਿਖਮ ਵੱਡ ਗੈਲ। ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਘੋੜੇ ਤੇ ਵਿਰਾਜਮਾਨ ਹੋ ਕੇ ਇਸ ਬਿਖਮ ਭਾਵ ਬਿਖੜਾ ਪੈਂਦਾ ਉੱਚਾ ਨੀਵਾਂ ਪਹਾੜਾਂ ਦਾ ਰਸਤਾ ਹੈ, ਬਿਖੜੇ ਪੈਂਦੇ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਵੀ ਚੱਲ ਪਏ ਜੀ। ਉਸ ਜੋਦੇ ਤਹਿ ਕਰੇ ਟਿਕਾਵਨ, ਆਵਹਿ ਕੋਈ ਨ ਕਰਤ ਹਟਾਵਨ। ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਘੋੜੇ ਤੇ ਚੱਲ ਕੇ ਉੱਪਰ ਚੜ੍ਹ ਗਏ ਹਨ, ਔਰ ਕੁਝ ਯੋਧੇ ਪਹਿਰਾ ਲਵਾ ਦਿੱਤਾ ਹੈ। ਉਹਨਾਂ ਨੂੰ ਹੁਕਮ ਦਿੱਤਾ ਕਿ ਕੋਈ ਵੀ ਅੱਗੇ ਆਵੇ ਉਹਨਾਂ ਨੂੰ ਹਟਾਇਆ ਨਾ ਜਾਵੇ ਜੀ।
ਦੋਹਰਾ। ਗਿਰ ਪਰ ਚੜੇ ਤੁਰੰਗ ਉਤੰਗ ਦਿਜ ਕੇਸ਼ਵ ਪਿਖ ਅਸਚਰਜ ਅਸੰਗ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਜਾ ਕਰਕੇ ਫਿਰ ਸਾਰੇ ਪਹਿਰਾਂ ਡਿਊਟੀ ਲਾਈ ਹੈ ਕਿ ਹੁਣ ਹਵਨ ਆਰੰਭ ਹੋਵੇਗਾ ਤੇ ਕੋਈ ਵਿੱਚ ਆ ਕੇ ਵਿਘਨ ਨਾ ਪਾਵੇ ਸਾਨੂੰ, ਇੱਥੇ ਪਹਿਰਾ ਲਾ ਦਿਓ। ਕੁਝ ਯੋਧਿਆਂ ਦਾ ਪਹਿਰਾ ਲਾਇਆ ਗਿਆ। ਇਉਂ ਸਤਿਗੁਰੂ ਪਾਤਸ਼ਾਹ ਜੀ ਫਿਰ ਅੱਗੇ ਆਪਣਾ ਘੋੜਾ ਤੋਰਦੇ ਹੋਏ ਪੰਡਤ ਕੇਸ਼ਵ ਦਾਸ ਦੇ ਕੋਲ ਚਲੇ ਗਏ ਜੀ। ਨਰ ਭੀ ਨੀਠ ਨੀਠ ਧਰ ਪਾਏ ਗਹਿ ਗਹਿ ਤ੍ਰਿਣਨ ਨੀਠ ਹੀ ਜਾਏ। ਔਰ ਜਿਹੜੇ ਹੋਰ ਸਾਰੇ ਉੱਪਰ ਨੂੰ ਜਾ ਰਹੇ ਆ ਬ੍ਰਾਹਮਣ ਜਾਂ ਸਿੱਖ ਸੰਗਤਾਂ, ਪਹਾੜਾਂ ਵਿੱਚ ਉਗਰੇ ਹੋਏ ਪੌਦਿਆਂ ਨੂੰ ਘਾਹ ਨੂੰ ਫੜ ਫੜ ਕੇ ਮਸਾਂ ਮਸਾਂ ਚੜ ਰਹੇ ਹਨ। ਹਾਏ ਪਰ ਚੜ ਗਮਨੇ ਤਹ ਕੋਏ ਇੱਕ ਕਲਗੀ ਧਰ ਹੀ ਇਮ ਹੋਏ। ਕਹਿਣ ਲੱਗੇ ਘੋੜੇ ਤੇ ਚੜ ਕੇ ਕੇਵਲ ਤੇ ਕੇਵਲ ਕਲਗੀਧਰ ਪਾਤਸ਼ਾਹ ਹੀ ਗਏ ਹਨ। ਸਿਖਰ ਸ਼ੈਲ ਕੇ ਪਹੁੰਚੇ ਜਾਏ ਉਤਰੇ ਹੈ ਪਰ ਦੇਤੇ ਸੁਖਦਾਏ। ਔਰ ਪਹਾੜ ਨੈਣਾ ਦੇਵੀ ਪਹਾੜ ਦੇ ਕਨੇ ਸਿਰੇ ਤੇ ਜਾ ਪਹੁੰਚੇ ਤੇ ਘੋੜੇ ਤੋਂ ਉਤਰ ਗਏ। ਪਹੁੰਚੋ ਵਿਪਰ ਜਾਏ ਤਿਸ ਸਥਾਨ ਕਰੀ ਬਤਾਵਨ ਹਮਨ ਵਿਧਾਨ। ਔਰ ਪੰਡਤ ਕੇਸ਼ਵ ਦਾਸ ਕਾਲੀਦਾਸ ਆਦਿ ਇਹ ਵੀ ਇਕੱਠੇ ਹੋ ਗਏ ਸਾਰੇ। ਪਾਤਸ਼ਾਹ ਕਹਿੰਦੇ ਦੱਸ ਹੁਣ ਕੀ ਕਰਨਾ ਹੈ। ਇਹਨ ਸਾਰੀ ਜਿਹੜੀ ਹੈ ਹਵਨ ਦੀ ਵਿਧੀ ਫਿਰ ਦੱਸਣੀ ਸ਼ੁਰੂ ਕੀਤੀ ਜੀ। ਸਕਲ ਸਮਿਗਰੀ ਲੈ ਸਮੁਦਾਈ ਗਨ ਦਾਸਨ ਪ੍ਰਭ ਢਿਗ ਪਹੁੰਚਾਈ। ਔਰ ਇਸ ਨੇ ਕਿਹਾ ਕਿ ਲਿਆਓ ਸਮੱਗਰੀ ਲੈ ਕੇ ਆਓ। ਜੋ ਮੰਗਾਇਆ ਗਿਆ ਸਿੱਖਾਂ ਨੇ ਲਿਆ ਕੇ ਕੋਲ ਰੱਖ ਦਿੱਤਾ ਹੈ ਜੀ। ਅਮਨ ਕੁੰਡ ਕੀ ਪਸ਼ਚਮ ਦਿਸ਼ ਮੈਂ ਦੱਖਣ ਦਿਸ਼ ਦਿਜ ਥਿਰ ਉਰ ਬਿਸ ਮੈਂ। ਔਰ ਜਿੱਥੇ ਹਵਨ ਕਰਨ ਵਾਸਤੇ ਇੱਕ ਵੱਡਾ ਕੁੰਡ ਟੋਹਾ ਪੱਟਿਆ ਹੋਇਆ ਹੈ, ਉਸ ਟੋਹੇ ਦੀ ਦੱਖਣ ਵਾਲੀ ਪਾਸੀ ਦੇ ਉੱਤੇ, ਦੱਖਣ ਵਾਲੀ ਬਾਹੀ ਦੇ ਉੱਤੇ ਦੱਖਣ ਵਾਲੇ ਪਾਸੇ ਜਿਹੜਾ ਬ੍ਰਾਹਮਣ ਕੇਸ਼ਵ ਦਾਸ ਬੈਠਾ ਹੈ ਜੀ। ਕਰ ਪਗ ਕਰੇ ਪਖਾਰਨ ਦੋਏ ਨਾ ਵਰਜੇ ਅਪਰ ਰਹਿਓ ਤਹਿ ਕੋਏ ਨਾ। ਔਰ ਇਹਨੇ ਆਪਣਾ ਹੱਥ ਮੂੰਹ ਧੋਤਾ ਹੈ। ਔਰ ਫਿਰ ਬਾਕੀ ਸਾਰੇ ਜਿੰਨੇ ਖੜੇ ਸੀ ਉਹਨਾਂ ਨੂੰ ਕਹਿਣ ਲੱਗਿਆ ਵੀ ਤੁਸੀਂ ਪਰੇ ਚਲੇ ਜਾਓ, ਹੁਣ ਸਾਡੇ ਕੋਲ ਨਹੀਂ ਰੁਕਣਾ ਜੀ। 16 ਅੱਖਰ ਮੰਤਰ ਬਤਾਇਓ ਇੱਕ ਮਨ ਹੋਈ ਪਠੀਐ ਹੈ ਸਿਖਰਾਇਓ। ਫਿਰ ਇਸ ਨੇ ਕੋਈ ਮੰਤਰ ਆਪਣਾ ਦੱਸਿਆ, ਕਹਿੰਦਾ ਆਓ ਇਸ ਮੰਤਰ ਨੂੰ ਆਪਾਂ ਇੱਕ ਮਨ ਹੋ ਕੇ ਪੜਾਂਗੇ। ਸਵਾਹਾ ਕਹੋ ਮੰਤਰ ਪਠ ਜਬੈ ਅਗਨ ਅਹੂਤੀ ਪਾਵਹੁ ਤਬੈ। ਕਹਿੰਦਾ ਮੈਂ ਪੜੂੰਗਾ ਇਹ 16 ਅੱਖਰਾਂ ਦਾ ਮੰਤਰ, ਤੇ ਜਦੋਂ ਮੈਂ ਮੰਤਰ ਪੜ੍ਹ ਕੇ ਬੋਲਾਂਗਾ ਸਵਾਹਾ, ਤੇ ਤੁਸੀਂ ਇਹਦੇ ਵਿੱਚ ਘਿਓ ਦੀ ਪਲੀ ਪਾ ਦੇਣੀ ਹੈ, ਸਮੱਗਰੀ ਅੱਗ ਵਿੱਚ ਪਾ ਦੇਣੀ ਹੈ। ਆਦਿਕ ਵਿਦ ਅਪਰ ਬਤਾਈ ਬਿਪਰ ਹੁਤਾਸਨ ਕੁੰਡ ਜਗਾਈ। ਇਉਂ ਸਤਿਗੁਰਾਂ ਨੂੰ ਸਾਰੀਆਂ ਗੱਲਾਂ ਦੱਸ ਕੇ ਇਸ ਨੇ ਹੁਣ ਹਵਨ ਦੀ ਆਰੰਭਤਾ ਕੀਤੀ ਹੈ। ਹੁਤਾਸਨ ਕਹਿੰਦੇ ਆ ਅਗਨੀ ਨੂੰ, ਅਗਨੀ ਜਗਾਈ ਕੀਤੇ ਜੀ। ਸ਼ੁੱਧ ਮਹਾਸੁਰ ਮੰਤਰ ਉਚਾਰੇ ਸਵਾਹਾ ਕਹਿ ਆਹੁਤ ਕੋ ਡਾਰੇ। ਔਰ ਹੁਣ ਇਹ ਮੰਤਰ ਜਿਹੜਾ ਹੈ ਬ੍ਰਾਹਮਣ ਆਪ ਪੜ੍ਹਨ ਲੱਗ ਪਿਆ ਹੈ ਤੇ ਸਤਿਗੁਰੂ ਪਾਤਸ਼ਾਹ ਦੇ ਕੋਲ ਦੂਜੇ ਪਾਸੇ ਬੈਠੇ ਹਨ। ਔਰ ਇਸ ਤਰ੍ਹਾਂ ਜਦੋਂ ਇਹ ਸਵਾਹਾ ਕਹਿੰਦਾ ਤੇ ਉਹਦੇ ਵਿੱਚ ਸਮਾਨ ਪਾ ਦਿੰਦੇ ਹਨ। ਸੋਮਨਸ ਅਰਪਤ ਧੂਪ ਤੁਖਾਵਤ ਕ੍ਰਿਤ ਕੇ ਦੀਪ ਕਿਤਕ ਜਗਾਵਤ। ਇਤਨੇ ਹੀ ਫੁੱਲ ਅਰਪਣ ਕਰਦੇ ਹਨ, ਧੂਫਾਂ ਤੁਖਾਈਆਂ ਹੋਈਆਂ, ਘਿਓ ਦੇ ਦੀਵੇ ਜਗਾਏ ਗਏ। ਚੰਦਨ ਚਰਚਹਿ ਛਿਰਕ ਗੁਲਾਬ ਚੌਂਦਿਸ਼ ਮਹਿਕਤ ਗੰਧਤ ਸਿਤਾਬ। ਔਰ ਚੰਦਨ ਛਿੜਕਿਆ ਜਾ ਰਿਹਾ ਹੈ, ਗੁਲਾਬ ਛਿੜਕਿਆ ਜਾ ਰਿਹਾ ਹੈ, ਚਾਰੇ ਪਾਸੇ ਸੈਂਟਾਂ ਦੀਆਂ ਖੁਸ਼ਬੂਆਂ ਸੁਗੰਧੀਆਂ ਮਹਿਕ ਰਹੀਆਂ। ਧੂਮ ਹੋਮ ਕੋ ਉਠਿਓ ਚੇਰੀ ਧਾਰ ਗਗਨ ਪਹੁੰਚੀ ਸੁਰ ਨੇਰੇ। ਔਰ ਇਸ ਤਰ੍ਹਾਂ ਹੁਣ ਜਦੋਂ ਸਮੱਗਰੀ ਸਾਰੀ ਮੱਚੀ ਅੱਗ ਦੇ ਨਾਲ, ਉਹਦਾ ਧੂਆਂ ਬਣਿਆ, ਆਕਾਸ਼ਾਂ ਨੂੰ ਚੜ੍ਹਿਆ, ਮਾਨੋ ਦੇਵਤਿਆਂ ਕੋਲ ਜਾ ਰਿਹਾ। ਕਹਿੰਦਾ ਮੰਤਰ ਪਾਠ ਕੋ ਭਾਖਤ ਜਿਉਂ ਜਿਉਂ ਆਹੁਤ ਪਰ ਹੈ ਹੁਤਾਸਨ ਤਿਉਂ ਤਿਉਂ। ਜਿਵੇਂ ਜਿਵੇਂ ਇਹ ਮੰਤਰ ਪੜ੍ਹ ਕੇ ਸਵਾਹਾ ਕਹਿੰਦਾ ਤੇ ਪਾਤਸ਼ਾਹ ਉਹਦੇ ਵਿੱਚ ਹੋਰ ਸਮੱਗਰੀ ਤੇ ਘਿਓ ਪਾ ਦਿੰਦੇ ਹੈ ਤੇ ਅੱਗ ਵਧਦੀ ਜਾ ਰਹੀ ਹੈ। ਆਦ ਸ਼ਕਤੀ ਕੋ ਧਾਰਤ ਧਿਆਨਾ ਇਤ ਕੋ ਚਤੁਰ ਭੁਜੀ ਬਲਵਾਨਾ। ਔਰ ਇਹ ਬ੍ਰਾਹਮਣ ਜਿਹੜਾ ਹੈ ਆਪਦੀ ਮਤ ਮੁਤਾਬਕ ਉਸ ਦੇਵੀ ਦਾ ਆਦ ਸ਼ਕਤੀ ਦਾ ਚਤੁਰ ਭੁਜੀ ਦਾ ਧਿਆਨ ਧਰਦਾ ਹੈ। ਚੰਦਰ ਸ਼ੇਖਰੀ ਆਜੁਦ ਧਰਣੀ ਉਗਰ ਤੇਜ ਦੁਸ਼ਟਨ ਕੋ ਧਰਣੀ। ਔਰ ਨਾਲੇ ਮਹਿਮਾ ਕਰਦਾ ਹੈ, ਕਹਿੰਦੇ ਹੇ 4 ਵਾਹਾਂ ਵਾਲੀ ਬਲਵਾਨ ਦੇਵੀ, ਮੱਥੇ ਤੇ ਚੰਦਰਮਾ ਤੇ ਸ਼ਿਵ ਦੀ ਸ਼ਕਤੀ ਵਾਲੀ
ਸ਼ਸਤਰ ਧਾਰਨ ਕਰਨ ਵਾਲੀ, ਵੱਡੇ ਤੇਜ ਵਾਲੀ, ਦੁਸ਼ਟਾਂ ਦਾ ਨਾਸ਼ ਕਰਨ ਵਾਲੀਏ। ਕਿਰਪਾ ਠਾਨ ਦਾਸਨ ਕੀ ਰੱਖਿਅਕ, ਕ੍ਰੋਧ ਭੂਰ ਕੇ ਦੁਰਜਨ ਭਖਿਅਕ। ਆਪਣੇ ਦਾਸਾਂ ਦੀ, ਸੇਵਕਾਂ ਦੀ ਕਿਰਪਾ ਕਰਕੇ ਰਕਸ਼ਾ ਕਰਦੀ ਐ ਤੇ ਦੁਸ਼ਮਣਾਂ ਨੂੰ ਖਾਣ ਵਾਲੀ ਏ ਗੁੱਸੇ 'ਚ ਆ ਕੇ। ਤਿਸ ਤੇ ਅਸ਼ਟਭੁਜੀ ਕਾ ਧਿਆਨਾ, ਜਵਾਲਾ ਮੁਖ ਤੇ ਬੰਮਤ ਮਹਾਨਾ। ਇਸ ਤਰ੍ਹਾਂ ਉਸ ਤੋਂ ਬਾਅਦ ਕਹਿੰਦੇ ਫਿਰ 8 ਬਾਹਾਂ ਵਾਲੀ ਅਸ਼ਟਭੁਜੀ ਜਵਾਲਾ ਮੁਖੀ ਨੂੰ ਯਾਦ ਕਰਦਾ ਹੈ। ਬਾਲ ਬਿਲੋਚਨ ਮੁੰਡਨ ਮਾਲੀ, ਛੂਟੇ ਬਾਲ ਕਰਾਲ ਬਿਸਾਲੀ। ਉਹਦੀ ਵੀ ਮਹਿਮਾ ਕਰਦਾ ਬ੍ਰਾਹਮਣ। ਹੈ ਲਾਲ ਨੇਤਰਾਂ ਵਾਲੀ, ਗਲ ਵਿੱਚ ਖੋਪੜੀਆਂ ਦੀ ਮਾਲਾ ਪਾਉਣ ਵਾਲੀ ਏ, ਲੰਮੇ ਕਾਲੇ ਭਿਆਨਕ ਬਾਲਾਂ ਵਾਲੀ ਏ, ਅਤੇ ਕਾਰਣ ਤੁੰਡਾ ਚੰਡ ਕਪਾਲੀ, ਅੰਗ ਦਿਗੰਬਰ ਭੀਖਨ ਕਾਲੀ। ਜਿਸ ਦਾ ਭਿਆਨਕ ਮੂੰਹ ਹੈ, ਹੱਥ ਵਿੱਚ ਕਪਾਲੀ ਖੱਪਰ ਫੜਿਆ ਹੋਇਆ ਹੈ, ਦੁਸ਼ਮਣਾਂ ਦਾ ਖੂਨ ਪੀਣ ਵਾਲੀ ਏ। ਹੇ ਅੰਗ ਦਿਗੰਬਰ ਭੀਖਨ ਕਾਲੀ, ਭਿਆਨਕ ਰੂਪ ਅਤੇ ਵੱਡੇ ਅੰਗਾਂ ਵਾਲੀਏ ਕਾਲੀਏ। ਕਾੜਨ ਦੀਰਘ ਪੰਕਤੀ ਵਾਲੀ, ਸਰਪ ਫੁੰਕਾਰੇ ਹਾਥ ਕਰਾਲੀ। ਔਰ ਤੇਰੀਆਂ ਵੱਡੀਆਂ ਵੱਡੀਆਂ ਜਾੜਾਂ, ਦੰਦ ਹਨ, ਔਰ ਸੱਪਾਂ ਦੀ ਨਿਆਈ ਫੁਕਾਰੇ ਮਾਰਦੀ ਐ। ਚਰਮ ਸ਼ੁਸ਼ਕਾ ਨਖਨ ਵਿਸ਼ਾਲੀ, ਅਦਕ ਉਗਾਲਤ ਜਵਾਲਾ ਮਾਲੀ। ਵੱਡੇ ਨਾਹਾਂ ਵਾਲੀ, ਸੁੱਕੀ ਚਮੜੀ ਵਾਲੀ, ਔਰ ਅਦਕ ਉਗਾਲਤ ਜਵਾਲਾ ਮਾਲੀ, ਮੁਖ ਵਿੱਚੋਂ ਅੱਗ ਕੱਢਣ ਵਾਲੀ ਏ ਕਾਲੀਏ। ਤੇ ਆਦਿਕ ਧਰ ਧਿਆਨ ਦੋਹਨ ਕੋ, ਬਿਰਤਾ ਦੇ ਕਰ ਚੰਚਲ ਮਨ ਕੋ। ਥਿਰਤਾ ਕਹਿੰਦੀ ਆ ਰੋਕ ਕਰਕੇ। ਪੰਡਤ ਜਿਹੜਾ ਹੈ ਗੁਰੂ ਪਿਆਰਿਓ, ਆਪਣੇ ਮਨ ਨੂੰ ਸਥਿਰ ਕਰਕੇ ਕਾਲੀ ਤੇ ਚੰਡੀ ਦੋਨਾਂ ਨੂੰ ਯਾਦ ਕਰਦਾ ਹੋਇਆ ਮੰਤਰ ਪੜ੍ਹ ਰਿਹਾ ਹੈ। ਤੇ ਜਦੋਂ ਹਵਨ ਦੇ ਵਿੱਚ ਸਮਾਨ ਪਾਉਣਾ ਹੁੰਦਾ ਉਦੋਂ ਕਹਿ ਦਿੰਦਾ ਸਵਾਹਾ, ਤੇ ਜਦੋਂ ਇਹ ਸਵਾਹਾ ਕਹਿ ਦਿੰਦਾ ਪਾਤਸ਼ਾਹ ਭਰ ਕੇ ਬੁੱਕ ਹਵਨ ਦੇ ਵਿੱਚ ਸਮੱਗਰੀ ਪਾ ਦਿੰਦੇ ਹਨ। ਹਵਨ ਕਰਤੇ ਉਠ ਲਾਟ ਉਚੇਰੀ, ਸੌਜ ਕਿਰਤਾਤਕ ਪਰਤ ਕਨੇਰੀ। ਜਦੋਂ ਹਵਨ ਦੇ ਵਿੱਚ ਸਮੱਗਰੀ ਤੇ ਦੇਸੀ ਘਿਓ ਆਦਿ ਪੈਂਦਾ ਹੈ ਤਾਂ ਉੱਚੀਆਂ ਲਾਟਾਂ ਜਿਹੜੀਆਂ ਉਹਦੀਆਂ ਨਿਕਲਣ ਲੱਗੀਆਂ। ਪ੍ਰਥਮ ਦਿਵਸ ਬੈਠੇ ਇੱਕ ਆਸਨ, ਏਕ ਆਸ ਬਿਨ ਦੂਜੀ ਆਸ ਨਾ। ਇਸ ਤਰ੍ਹਾਂ ਪਹਿਲੇ ਦਿਨ ਇੱਕ ਆਸਣ ਤੇ ਬੈਠੇ ਰਹੇ, ਪੰਡਤ ਵੀ ਬੈਠਾ ਰਿਹਾ, ਗੁਰੂ ਸਾਹਿਬ ਵੀ ਬੈਠੇ ਰਹੇ। ਗੁਰੂ ਸਾਹਿਬ ਜੀ ਇਹਨਾਂ ਨੂੰ ਝੂਠਾ ਕਰਨਾ ਚਾਹੁੰਦੇ ਸਨ। ਅਸਲ ਵਿੱਚ ਇਹ ਕੌਤਕ ਤਾਂ ਕੀਤਾ ਕਿ ਗੁਰੂ ਸਾਹਿਬ ਦੇਵੀ ਦੇ ਉਪਾਸ਼ਕ ਨਹੀਂ ਹੈ। ਉਹਨਾਂ ਦੀ ਬਾਣੀ ਦੱਸਦੀ ਹੈ, ਕ੍ਰਿਸ਼ਨ ਵਿਸ਼ਨ ਕਬੂ ਨ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ। ਮੈਂ ਹੋਰ ਕਿਸੇ ਨੂੰ ਨਹੀਂ ਮੰਨਦਾ, ਮੇਰੀ ਤੂੰ ਹੀ ਮਾਤਾ ਤੇ ਤੂੰ ਹੀ ਪਿਤਾ ਹੈ, ਤੂੰ ਹੀ ਜਗ ਮਾਤਾ ਹੈ, ਸ੍ਰਿਸ਼ਟੀ ਨੂੰ ਬਣਾਉਣ ਵਾਲਾ ਤੇ ਪਾਲਣ ਵਾਲਾ। ਪਰ ਅਸਲ ਦੇ ਵਿੱਚ ਇਹਨਾਂ ਲੋਕਾਂ ਦੇ ਪਖੰਡ ਨੂੰ ਜ਼ਾਹਰ ਕਰਨ ਵਾਸਤੇ ਸਤਿਗੁਰਾਂ ਨੂੰ ਇਹ ਕੌਤਕ ਕਰਨਾ ਪਿਆ। ਪਿੱਛੇ ਮਸੰਦਾਂ ਦੀ ਵੀ ਇਹਨਾਂ ਨੇ, ਪਾਤਸ਼ਾਹ ਜੀ ਨੇ ਪਟਨਾ ਸਾਹਿਬ ਰਹਿੰਦੇ ਆ ਪ੍ਰੀਖਿਆ ਲਈ ਸੀ, ਉਦੋਂ ਮਸੰਦ ਵੀ ਕੁਝ ਝੂਠੇ ਨਿਕਲੇ ਸਨ, ਉਹਨਾਂ ਨੂੰ ਵੀ ਸਜ਼ਾਵਾਂ ਦਿੱਤੀਆਂ ਸਨ। ਹੁਣ ਇਹ ਪਾਂਡੇ ਜਿਹੜੇ ਕਹਿੰਦੇ ਆ ਜੀ ਦੇਵੀ ਪ੍ਰਗਟ ਕਰ ਲਓ, ਇਹ ਬੜੇ ਕਾਰਜ ਕਰਦੀ ਹੈ, ਪਾਤਸ਼ਾਹ ਕਹਿੰਦੇ ਆ ਜਾ ਫਿਰ ਕਰੀਏ, ਤੇ ਸਾਰਾ ਸਮਾਨ ਲੱਖ ਰੁਪਏ ਦਾ ਲੈ ਕੇ ਦੇ ਦਿੱਤਾ ਹੈ। ਹੁਣ ਪੰਡਤ ਬੜਾ ਜ਼ੋਰ ਲਾ ਰਿਹਾ ਹੈ, ਅਨੇਕਾਂ ਤਰ੍ਹਾਂ ਦੀਆਂ ਮਿੰਨਤਾਂ ਕਰਦਾ, ਬੇਨਤੀਆਂ ਕਰਦਾ ਹੈ, ਕਾਲੀ ਦੇਵੀ ਦਾ, ਚੰਡੀ ਦੇਵੀ ਦਾ ਨਾਮ ਲੈ ਲੈ ਕੇ ਸਵਾਹ ਕਹਿੰਦਾ ਹੈ। ਸਾਰਾ ਦਿਨ ਤੜਕੇ ਤੋਂ ਲੈ ਕੇ ਆਥਣ ਤੱਕ ਕੰਮ ਚੱਲਦਾ ਰਿਹਾ ਜੀ। 5 ਪਹਿਰ ਲਗ ਇੱਕ ਸ਼ਰਮ ਕੀਨੋ, ਹੋਤ ਨਿਰੰਤਰ ਹੋਮ ਪਰ ਬੀਨੋ। ਇਸ ਤਰ੍ਹਾਂ 5 ਪਹਿਰਾਂ ਤੱਕ ਲਗਾਤਾਰ ਅੱਜ ਹਵਨ ਕੀਤਾ ਇਹਨਾਂ ਨੇ। ਜੋ ਤੜਕੇ ਤੋਂ ਲੱਗੇ ਰਾਤ